ਅਜਿਹਾ ਕੀ ਹੋਇਆ ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਡਾਕਟਰ ਇੱਕ ਗੁਰਸਿੱਖ ਦਾ ਪੈਰ ਕੱਟਣ ਜਾ ਰਿਹਾ ਸੀ। ਪਰ ਪੈਰ ਕੱਟਣ ਤੋਂ ਪਹਿਲਾਂ ਹੀ ਉੱਥੇ ਅਜਿਹਾ ਕੁਝ ਹੋਇਆ ਕਿ ਡਾਕਟਰ ਜੈਕਾਰੇ ਲਗਾਉਂਦੇ ਸੜਕਾਂ ਦੇ ਉੱਤੇ ਆ ਗਏ। ਮੈਡੀਕਲ ਸਾਇੰਸ ਵੀ ਇਸ ਚਮਤਕਾਰ ਦੇ ਅੱਗੇ ਫੇਲ ਹੋ ਗਈ। ਅਜਿਹਾ ਕੀ ਹੋਇਆ ਦੇਖੋ ਇਸ ਵੀਡੀਓ ਦੇ ਵਿੱਚ। ਇਹ ਵੀਡੀਓ ਪੰਜਾਬ ਦੇ ਹਰ ਇੱਕ ਘਰ ਦੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਵੀਡੀਓ ਦੇਖ ਕੇ ਸਮਝ ਆ ਜਾਵੇਗੀ। ਕਮਲਜੀਤ ਸਿੰਘ ਇੱਕ ਸਰਕਾਰੀ ਬੈਂਕ ਦੇ ਮੈਨੇਜਰ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਨੌਕਰੀ ਕਰਦੇ ਸੀ। ਕਮਲਜੀਤ ਸਿੰਘ ਨੇ ਦੱਸਿਆ ਕਿ ਮੇਰੀ ਉਮਰ ਹਾਲੇ 45 ਸਾਲਾਂ ਦੀ ਹੈ ਅਤੇ ਇੱਕ ਦਿਨ ਮੈਂ ਬਿਮਾਰ ਹੋਇਆ ਤਾਂ ਡਾਕਟਰ ਨੇ ਟੈਸਟ ਕਰਾਉਣ ਵਾਸਤੇ ਕਿਹਾ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਮੇਰੀ ਸ਼ੂਗਰ ਬਹੁਤ ਵੱਧ ਚੁੱਕੀ ਸੀ। ਮੇਰੀ ਇੰਨੀ ਸ਼ੂਗਰ ਵੱਧ ਚੁੱਕੀ ਸੀ ਤੇ ਮੈਨੂੰ ਪਤਾ ਤੱਕ ਨਹੀਂ ਸੀ। ਡਾਕਟਰਾਂ ਦਾ ਪੱਲਾ ਮੈਂ ਉਸੇ ਦਿਨ ਤੋਂ ਫੜ ਲਿਆ। ਸ਼ੂਗਰ ਦਾ ਇਲਾਜ ਚੱਲਿਆ, ਲਗਾਤਾਰ ਮੈਡੀਸਨ ਖਾ ਰਿਹਾ ਸੀ, ਪਰ ਸ਼ੂਗਰ ਕੰਟਰੋਲ ਦੇ ਵਿੱਚ ਨਹੀਂ ਆਈ, ਸਗੋਂ ਦਿਨ ਪਰ ਦਿਨ ਵੱਧਦੀ ਚਲੀ ਗਈ। ਪਰਹੇਜ਼ ਵੀ ਕਰ ਰਿਹਾ ਸੀ ਪਰ ਸ਼ੂਗਰ ਆਪਣਾ ਭਿਆਨਕ ਰੂਪ ਲੈ ਰਹੀ ਸੀ। ਹਰ ਇੱਕ ਇਲਾਜ ਕਰਵਾਇਆ ਪਰ ਕਿਸੇ ਨੇ ਦੱਸਿਆ ਕਿ ਦੇਸੀ ਦਵਾਈ ਦੇ ਨਾਲ ਸ਼ੂਗਰ ਜੜੋਂ ਹੀ ਮੁੱਕ ਜਾਂਦੀ ਹੈ। ਦੇਸੀ ਦਵਾਈ ਵੀ ਖਾ ਕੇ ਦੇਖ ਲਈ ਪਰ ਗੱਲ ਨਹੀਂ ਬਣੀ। ਹੁਣ ਸ਼ੂਗਰ ਦੀ ਬਿਮਾਰੀ ਹੋਰ ਵੀ ਕਈ ਭਿਆਨਕ ਬਿਮਾਰੀਆਂ ਨੂੰ ਆਪਣੇ ਵੱਲ ਖਿੱਚ ਰਹੀ ਸੀ ਤੇ ਇਹੀ ਡਰ ਸਾਨੂੰ ਲੱਗਿਆ ਰਹਿੰਦਾ ਸੀ। ਫਿਰ ਆਖਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੱਤਾ ਅਤੇ ਆਪਾਂ ਪੁੱਛਾ ਲੈਣ ਵਾਸਤੇ ਸਿਆਣਿਆਂ ਦੇ ਮਗਰ ਘੁੰਮਣ ਲੱਗੇ। ਇੱਕ ਬਾਬਾ ਟੱਕਰਿਆ ਤੇ ਉਸਨੇ ਕਿਹਾ ਕਿ ਤੁਹਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ, ਜਿਸ ਕਰਕੇ ਸ਼ੂਗਰ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਆਪਾਂ ਬਿਮਾਰੀ ਦੇ ਉੱਤੇ ਪੈਸੇ ਲਗਾਉਣ ਦੀ ਬਜਾਏ ਉਸ ਬਾਬੇ ਨੂੰ ਦਿੰਦੇ ਰਹੇ ਪਰ ਇੱਕ ਵੀ ਪੈਸੇ ਦਾ ਫਰਕ ਨਹੀਂ ਪਿਆ, ਸਗੋਂ ਉਸੇ ਬਾਬੇ ਕਰਕੇ ਸਾਡੀ ਜ਼ਿੰਦਗੀ ਹੀ ਪਲਟ ਗਈ। ਇਸੇ ਤਰ੍ਹਾਂ ਇੱਕ ਦਿਨ ਉਸ ਬਾਬੇ ਦੇ ਘਰੋਂ ਨਿਕਲੇ ਤਾਂ ਮੇਰੇ ਪੈਰ ਦੇ ਵਿੱਚ ਕੋਈ ਲੋਹੇ ਦੀ ਚੀਜ਼ ਵੱਜ ਗਈ ਅਤੇ ਉਹ ਜ਼ਖਮ ਕਈ ਮਹੀਨਿਆਂ ਤੱਕ ਹਰਾ ਹੀ ਰਿਹਾ, ਕਿਉਂਕਿ ਸ਼ੂਗਰ ਦਾ ਲੈਵਲ ਹਮੇਸ਼ਾ ਵਧਿਆ ਰਹਿੰਦਾ ਸੀ ਅਤੇ ਉਹ ਜ਼ਖਮ ਭਰ ਨਹੀਂ ਸਕਿਆ। ਆਖਿਰ ਡਾਕਟਰਾਂ ਨੇ ਕਿਹਾ ਕਿ ਜ਼ਖਮ ਤਾਂ ਨਹੀਂ ਭਰ ਰਿਹਾ ਤੇ ਹੌਲੀ-ਹੌਲੀ ਇਸ ਦੀ ਇਨਫੈਕਸ਼ਨ ਲੱਤ ਵੱਲ ਵੀ ਜਾ ਰਹੀ ਹੈ, ਇਸ ਕਰਕੇ ਤੁਹਾਡਾ ਪੈਰ ਕੱਟਣਾ ਪਵੇਗਾ, ਨਹੀਂ ਤਾਂ ਇਨਫੈਕਸ਼ਨ ਪੂਰੀ ਲੱਤ ਦੇ ਵਿੱਚ ਫੈਲ ਜਾਵੇਗਾ ਤੇ ਤੁਹਾਡੀ ਪੂਰੀ ਲੱਤ ਹੀ ਕੱਟਣੀ ਪਵੇਗੀ। ਹੁਣ ਮੈਂ ਇੱਕ ਬੈਂਕ ਦਾ ਮੈਨੇਜਰ, ਪੈਸਾ ਘਰ-ਬਾਰ ਸਭ ਕੁਝ ਹੁੰਦਿਆਂ ਹੋਇਆਂ ਵੀ ਬਿਮਾਰੀ ਅੱਗੇ ਝੁਕ ਗਿਆ। ਪੈਰ ਕੱਟਿਆ ਗਿਆ ਤਾਂ ਜ਼ਿੰਦਗੀ ਅੱਧੀ ਹੋ ਜਾਣੀ ਸੀ। ਫਿਰ ਮੈਂ ਉੱਥੇ ਸੋਚਣ ਲੱਗਿਆ ਕਿ ਜੇਕਰ ਮੈਂ ਬਾਬੇ ਦੇ ਪਿੱਛੇ ਨਾ ਜਾਂਦਾ ਤੇ ਸ਼ਾਇਦ ਅੱਜ ਇਹ ਮੁਸੀਬਤ ਨਾ ਆਉਂਦੀ, ਪਰ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ। ਇੱਥੇ ਆਪਾਂ ਦੱਸਣਾ ਚਾਹਾਂਗੇ ਕਿ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਕਿਸੇ ਨੇ ਸਾਨੂੰ ਕੁਝ ਕਰ ਦਿੱਤਾ, ਜਾਦੂ ਕਰ ਦਿੱਤਾ, ਪਰ ਕਿਸੇ ਦਾ ਕੀਤਾ ਕਦੀ ਵੀ ਸਿੱਧ ਨਹੀਂ ਹੁੰਦਾ। ਗੁਰਬਾਣੀ ਵੀ ਕਹਿੰਦੀ ਹੈ ਕਿ ਕਿਸੇ ਦੇ ਕੀਤਿਆਂ ਕੁਝ ਨਹੀਂ ਹੁੰਦਾ, ਕਰਨ ਕਰਾਉਣ ਵਾਲਾ ਉਹ ਪਰਮਾਤਮਾ ਹੀ ਹੈ। ਉਹੀ ਉਹ ਪਰਮਾਤਮਾ ਹੈ ਜੋ ਰੋਗ ਦਿੰਦਾ ਹੈ। ਜੇਕਰ ਉਹ ਪਰਮਾਤਮਾ ਰੋਗ ਦੇ ਸਕਦਾ ਹੈ ਤੇ ਰੋਗ ਖਤਮ ਕਰਨ ਦੀ ਸ਼ਕਤੀ ਵੀ ਉਸ ਪਰਮਾਤਮਾ ਦੇ ਕੋਲ ਹੀ ਹੈ। ਉਸੇ ਪਰਮਾਤਮਾ ਦੀ ਕਿਰਪਾ ਸ਼ਰਨ ਲੈਣੀ ਚਾਹੀਦੀ ਹੈ। ਕਿਤੇ ਭਟਕਣ ਦੇ ਨਾਲੋਂ ਚੰਗਾ ਹੈ ਇੱਕ ਪਰਮਾਤਮਾ ਦਾ ਸਹਾਰਾ ਲੈ ਕੇ ਉਸ ਦੀ ਓਟ ਤੱਕੋ। ਕਮਲਜੀਤ ਸਿੰਘ ਘਰੇ ਬੈਠੇ ਰਹੇ ਤੇ ਲੋਕ ਖਬਰਸਾਰ ਲੈਣ ਆਉਂਦੇ ਰਹੇ ਤੇ ਪੈਰ ਦਾ ਜ਼ਖਮ ਹੌਲੀ-ਹੌਲੀ ਵੱਧਦਾ ਰਿਹਾ। ਕਮਲਜੀਤ ਸਿੰਘ ਨੇ ਕਿਹਾ ਕਿ ਇੱਕ ਦਿਨ ਮੇਰੇ ਮਾਸੀ ਜੀ ਆਏ ਤੇ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ, ਤੁਸੀਂ ਸਿਆਣਿਆਂ ਦੇ ਮਗਰ ਕਿਉਂ ਗਏ? ਗੁਰੂ ਸਾਹਿਬਾਂ ਦੇ ਸਥਾਨਾਂ ਦੇ ਉੱਪਰ ਤੁਸੀਂ ਬੈਠੇ ਹੋ, ਤੁਸੀਂ ਸਾਹਿਬਜ਼ਾਦਿਆਂ ਦੇ ਅੱਗੇ ਜਾ ਕੇ ਬੇਨਤੀ ਕਿਉਂ ਨਹੀਂ ਕਰਦੇ? ਮੈਨੂੰ ਇਹ ਸੁਣ ਕੇ ਇੱਕਦਮ ਝਟਕਾ ਜਿਹਾ ਲੱਗਿਆ ਕਿ ਆਪਾਂ ਇੰਨੇ ਚਿਰਾਂ ਤੋਂ ਗੁਰਦੁਆਰਾ ਸਾਹਿਬ ਦੇ ਬਾਰੇ ਕਿਉਂ ਨਹੀਂ ਸੋਚਿਆ। ਅਗਲੇ ਹੀ ਦਿਨ ਮੈਂ ਆਪਣੀ ਮਾਂ ਤੇ ਪਤਨੀ ਦੇ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਗਏ। ਗੁਰਦੁਆਰਾ ਸਾਹਿਬ ਸਾਡੇ ਘਰ ਤੋਂ 4 ਕਿਲੋਮੀਟਰ ਦੇ ਫਾਸਲੇ ਦੇ ਉੱਪਰ ਸੀ। ਜਾ ਕੇ ਅਰਦਾਸ ਕੀਤੀ ਤੇ ਗ੍ਰੰਥੀ ਸਿੰਘ ਸਾਹਿਬ ਨੂੰ ਪੂਰੀ ਗੱਲ ਦੱਸੀ। ਗ੍ਰੰਥੀ ਸਿੰਘ ਨੂੰ ਦੱਸਿਆ ਕਿ ਮੇਰਾ ਪੈਰ ਕੱਟਣ ਦੇ ਲਈ ਡਾਕਟਰ ਕਹਿ ਰਹੇ ਨੇ, ਸ਼ੂਗਰ ਦਾ ਲੈਵਲ ਕੰਟਰੋਲ ਨਹੀਂ ਆ ਰਿਹਾ। ਗ੍ਰੰਥੀ ਸਿੰਘ ਸੁਲਝੇ ਹੋਏ ਗੁਰਸਿੱਖ ਸਨ ਅਤੇ ਇਹ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਰੂਪ ਦੇ ਵਿੱਚ ਆ ਕੇ ਤੁਹਾਡੇ ਉੱਪਰ ਕਿਰਪਾ ਕਰ ਦੇਣੀ ਹੈ, ਇਸ ਕਰਕੇ ਹਰ ਇੱਕ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਸਾਰੀ ਗੱਲ ਸੁਣ ਕੇ ਗ੍ਰੰਥੀ ਸਿੰਘ ਨੇ ਕਿਹਾ ਕਿ ਬਸ ਇੰਨੀ ਕੁ ਗੱਲ, ਸ਼ੂਗਰ ਕੰਟਰੋਲ ਦੇ ਵਿੱਚ ਨਹੀਂ ਆ ਰਹੀ ਜਿਸ ਕਰਕੇ ਤੇਰਾ ਪੈਰ ਕੱਟਣਾ ਪੈ ਰਿਹਾ ਹੈ, ਬਸ ਇੰਨੀ ਛੋਟੀ ਜਿਹੀ ਗੱਲ, ਇਹ ਕਿਹੜਾ ਕੋਈ ਵੱਡੀ ਗੱਲ ਹੈ, ਆਪਾਂ ਹੁਣੇ ਗੁਰੂ ਸਾਹਿਬ ਦੇ ਅੱਗੇ ਤੇਰੀ ਅਰਦਾਸ ਕਰ ਦਿੰਦੇ ਹਾਂ। ਗ੍ਰੰਥੀ ਸਿੰਘ ਦੀ ਗੱਲ ਸੁਣ ਕੇ ਪਰਿਵਾਰ ਤੇ ਮੇਰੇ ਅੰਦਰ ਇੱਕ ਹਿੰਮਤ ਜੀ ਆਈ, ਕਿਉਂਕਿ ਇੰਨੇ ਕੌਨਫੀਡੈਂਸ ਦੇ ਨਾਲ ਗ੍ਰੰਥੀ ਸਿੰਘ ਨੇ ਕਿਹਾ ਸੀ ਕਿ ਇਹ ਕੋਈ ਵੱਡੀ ਗੱਲ ਨਹੀਂ। ਜਿੱਥੇ ਵੱਡੇ-ਵੱਡੇ ਡਾਕਟਰ ਵੀ ਹਾਰ ਗਏ, ਵੱਡੇ-ਵੱਡੇ ਡਾਕਟਰਾਂ ਦੇ ਇਲਾਜ ਮੁੱਕ ਗਏ, ਉੱਥੇ ਗ੍ਰੰਥੀ ਸਿੰਘ ਨੇ ਕਿਹਾ ਕਿ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਫਿਰ ਗ੍ਰੰਥੀ ਸਿੰਘ ਨੇ ਕਿਹਾ ਕਿ ਤੁਸੀਂ ਗੁਰੂ ਸਾਹਿਬ ਦੇ ਕੋਲੋਂ ਦਾਤ ਲੈਣ ਆਏ ਹੋ, ਇਸ ਦੇ ਵੱਟੇ ਤੁਹਾਨੂੰ ਕੁਝ ਦੇਣਾ ਵੀ ਪਵੇਗਾ। ਆਪਾਂ ਕਿਹਾ ਕਿ ਤੁਸੀਂ ਹੁਕਮ ਕਰੋ। ਗ੍ਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ਼ ਇੱਥੇ ਗੁਰਦੁਆਰਾ ਸਾਹਿਬ ਆ ਕੇ ਹਾਜ਼ਰੀ ਭਰਨੀ ਪਵੇਗੀ, ਹਰ ਰੋਜ਼ ਨਿਤਨੇਮ ਕਰਨਾ ਪਵੇਗਾ ਤੇ ਗੁਰੂ ਘਰ ਦੀ ਸੇਵਾ ਵੀ ਕਰਨੀ ਪਵੇਗੀ। ਆਪਾਂ ਸਭ ਨੇ 7 ਵਚਨ ਕਿਹਾ। ਗ੍ਰੰਥੀ ਸਿੰਘ ਨੇ ਕਿਹਾ ਕਿ ਜਦੋਂ ਤੁਹਾਡਾ ਰੋਗ ਪੂਰਾ ਖਤਮ ਹੋ ਜਾਵੇਗਾ ਤੇ ਗੁਰੂ ਵਾਲਾ ਵੀ ਬਣਨਾ ਪਵੇਗਾ। ਆਪਾਂ ਗ੍ਰੰਥੀ ਸਿੰਘ ਨੂੰ ਕਿਹਾ ਕਿ ਠੀਕ ਹੋਣ ਤੋਂ ਬਾਅਦ ਆਪਾਂ ਅੰਮ੍ਰਿਤ ਛਕ ਲਵਾਂਗੇ, ਜਿਸ ਤੋਂ ਬਾਅਦ ਸਾਡੀ ਅਰਦਾਸ ਕੀਤੀ ਗਈ। ਉਸ ਤੋਂ ਬਾਅਦ ਆਪਾਂ ਰੋਜ਼ਾਨਾ ਗੁਰੂ ਘਰ ਆਏ, ਉੱਥੇ ਆ ਕੇ ਸੇਵਾ ਕੀਤੀ ਤੇ ਨਿਤਨਾਮ ਕੀਤਾ। 3 ਮਹੀਨਿਆਂ ਦੇ ਵਿੱਚ ਮੇਰਾ ਪੈਰ ਦਾ ਜ਼ਖਮ ਸੁੱਕਣਾ ਸ਼ੁਰੂ ਹੋ ਗਿਆ ਤੇ ਸ਼ੂਗਰ ਵੀ ਠੀਕ ਰਹਿਣ ਲੱਗੀ। ਪਹਿਲਾਂ ਆਪਾਂ ਸਕੂਟਰ ਮੋਟਰਸਾਈਕਲ ਤੇ ਜਾਂਦੇ ਸੀ ਤੇ ਜਿਸ ਤੋਂ ਬਾਅਦ ਆਪਾਂ 4 ਕਿਲੋਮੀਟਰ ਚੱਲ ਕੇ ਗੁਰੂ ਘਰ ਜਾਂਦੇ ਹਾਂ ਤੇ ਮੇਰਾ ਰੋਗ ਬਿਲਕੁਲ ਠੀਕ ਹੋ ਚੁੱਕਿਆ ਹੈ। ਜਦੋਂ ਡਾਕਟਰ ਨੇ ਮੇਰਾ ਪੈਰ ਦੇਖਿਆ ਤਾਂ ਡਾਕਟਰ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਹੋ ਗਿਆ। ਡਾਕਟਰ ਨੇ ਕਿਹਾ ਕਿ ਜਿੰਨਾ ਪੈਰ ਤੁਹਾਡਾ ਖਰਾਬ ਸੀ ਉਹ ਕਦੀ ਵੀ ਠੀਕ ਨਹੀਂ ਹੋ ਸਕਦਾ ਸੀ, ਇਹ ਕਿਵੇਂ ਠੀਕ ਹੋਇਆ?
ਤੁਸੀਂ ਸ਼ੂਗਰ ਦੀ ਦਵਾਈ ਕਿੱਥੋਂ ਖਾਧੀ? ਡਾਕਟਰ ਪੁੱਛ ਕੇ ਹਟ ਗਿਆ ਤੇ ਮੈਂ ਡਾਕਟਰ ਨੂੰ ਕਿਹਾ ਕਿ ਇਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੀ ਦਵਾਈ ਹੈ ਜੋ ਭਾਗਾ ਵਾਲਿਆਂ ਨੂੰ ਹੀ ਮਿਲਦੀ ਹੈ। ਸੋ ਇਹ ਕੋਈ ਚਮਤਕਾਰ ਨਹੀਂ, ਸਗੋਂ ਪਰਮਾਤਮਾ ਦੇ ਉੱਤੇ ਕੀਤੇ ਗਏ ਵਿਸ਼ਵਾਸ, ਭਗਤੀ ਅਤੇ ਪਿਆਰ ਦਾ ਨਤੀਜਾ ਹੈ।